अस्सलाम वालेकुम नाज़रीन, आपका मेज़बान मलिक रिजवान आपकी खिदमत में हाजिर है। और इस वक्त हम मौजूद हैं लाहौर के इलाका चौंक में। हमारे साथ एक बुज़ुर्ग माँ मौजूद हैं जिनके बेटे को बेरहमी से बेदर्दी से कत्ल कर दिया जाता है। मुल्ज़मान कौन है, इनका उनसे क्या ताल्लुक़ था, क्या रिश्ता था, क्या वजह थी जिस वजह से कत्ल किया गया, कुछ कहानी में इनसे सुनते हैं। अस्सलाम वालेकुम। वालेकुम सलाम। जी माँ जी, की हाल है, ठीक हो? शुक्र अल्लाह का ठीक है। ਅੱਛਾ ਮਾਂ ਜੀ, ਤੁਹਾਡਾ ਬਹੁਤ ਬੁਰਾ ਹਾਲ ਹੈ, ਰੋ ਕਿ ਤੁਸੀਂ ਪਾਗਲ ਹੋਏ ਆਪਣੇ ਬੇਟੇ ਦੀ ਖਾਤਰ। ਤੇ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਮਾਮਲਾ ਹੋਇਆ ਕਿਸ ਤਰ੍ਹਾਂ? भाई किस तरह है 400 ਦੀ ਖਾਤਰ ਹੈ ਮਾਮਲਾ ਹੋਇਆ ਸੀ थोड़ा कपड़े ऊंची बोलो ना। भाई मेरे को बोला नहीं जाता। नाज़रीन, हम इनसे आपी साहिबा से बात करते हैं, कुछ मामला पूछना चाहते हैं। इनसे तो बोला नहीं जा रहा है और ज़ाहिर सी बात है, बुज़ुर्ग अम्मा है तो कुछ चीज़ें नहीं शेयर कर सकती हैं। अच्छा आपी जी, तुसी दसो कि मामला होया किस तरह के? ਕਿਹਾ ਜਾ ਰਿਹਾ ਕਿ 400 ਰੁਪਏ ਦੀ ਖਾਤਰ ਮੁਰਗੀ ਨੂੰ ਮਤਲਬ ਕਿ ਜ਼ਿਬਾ ਕੀਤਾ ਜਾਏ ਤਾਂ ਉਹਦਾ ਗੋਸ਼ਤ ਵੀ 400 ਰੁਪਏ ਦਾ ਕਿਲੋ ਮਿਲਦਾ, ਤੇ 400 ਦੇ ਵਿੱਚ ਇੱਕ ਇਨਸਾਨ ਦਾ ਕਤਲ ਕਰ ਦਿੱਤਾ ਜਾਂਦਾ। ਇਹਦੀ ਵਜ੍ਹਾ ਕੀ ਹੈਗੀ? ਬਈ ਇਹਦੀ ਵਜ੍ਹਾ ਤੇ ਇਹੀ ਹੈ, ਉਹਨਾਂ ਨੇ 400 ਰੁਪਿਆ ਉਹਦੀ ਮਾਂ ਲੈਣ ਆਈ ਸੀ। 400 ਰੁਪਿਆ ਕਿਉਂਕਿ ਸਿਲਾਈ ਕਿਸੇ ਹੋਰ ਦੀ ਸੀ। 400 ਰੁਪਿਆ ਉਹ ਬੜੇ ਰੋਬ ਨਾਲ ਇਸ ਤਰ੍ਹਾਂ ਲੈਣਾ ਸੀ ਜਿਵੇਂ ਉਹਨਾਂ ਦਾ ਅਸੀਂ ਦੇਣਾ ਸੀ। ਅਸੀਂ ਨਹੀਂ, ਉਹਨਾਂ ਦਾ ਨਹੀਂ ਸੀ ਦੇਣਾ। ਅਸੀਂ 400 ਰੁਪਿਆ ਸਿਲਾਈ ਦਾ ਹੋਰ ਕਿਸੇ ਦਾ ਦੇਣਾ ਸੀ। ਇਹਨਾਂ ਨੇ ਆਪਣੀ ਬੇਟੀ ਨਾਲ ਉਹਨੇ ਝਗੜਾ ਕੀਤਾ। ਪਹਿਲੇ ਆਪਣੇ ਛੋਟੇ ਭਾਈ ਨੂੰ ਲੈ ਕੇ ਆਈ, ਨਾਲ ਝਗੜਾ ਕੀਤਾ। ਬਾਅਦ ਦੇ ਵਿੱਚ ਉਹ ਆਪਣੇ ਦੂਸਰੇ ਭਰਾਵਾਂ ਨੂੰ, ਚਾਚਿਆਂ ਨੂੰ, ਆਪਣੀਆਂ ਭਾਬੀਆਂ ਨੂੰ ਲੈ ਆਈਏ, ਨਾਲ ਲਿਆ ਕੇ ਉਹਨੂੰ ਇੱਡੀ ਬੇਦਰਦੀ ਦੇ ਨਾਲ ਉਹਨੂੰ ਘਸੀਟ ਕੇ ਬਾਹਰ ਉਹਨੂੰ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ ਨੇ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ 400 ਰੁਪਏ ਤੋਂ ਇਲਾਵਾ ਕੋਈ ਤੁਹਾਡੀ ਉਹਦੇ ਨਾਲ ਜ਼ਾਤੀ ਦੁਸ਼ਮਣੀ ਜਾਂ ਕੋਈ ਤੁਸੀਂ ਉਹਨਾਂ ਦਾ ਲੈਣਾ ਦੇਣਾ ਕਰਜ਼ਾ ਹੋਵੇ ਜਾਂ ਕੋਈ ਧਮਕੀਆਂ ਧਕੇਲ ਹੁੰਦੀਆਂ ਹੁਣ, ਕੋਈ ਇਸ ਤਰ੍ਹਾਂ ਦਾ ਮਾਮਲਾ ਤਾਂ ਨਹੀਂ ਹੈਗਾ? ਨਹੀਂ ਭਾਈ, ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਸੀ, ਕਿਉਂਕਿ ਇਸ ਤਰ੍ਹਾਂ ਦਾ ਸਾਡੇ ਤੇ ਨਹੀਂ ਹੈਗਾ, ਨਾ ਕੋਈ ਹੈ ਸੀ। ਸਾਨੂੰ ਤੇ ਇਸ ਚੀਜ਼ ਦਾ ਖਬਰ ਹੀ ਨਹੀਂ ਸੀ ਵੀ ਉਹਨਾਂ ਨੇ ਇਹ ਕੰਮ ਕਰ ਜਾਣਾ ਵੇ ਸਾਡੇ ਬੱਚੇ ਨਾਲ। 400 ਰੁਪਏ ਕਿਸ ਵਜ੍ਹਾ ਤੋਂ ਲਿਆ ਸੀ ਤੁਸੀਂ? 400 ਰੁਪਇਆ ਸਿਲਾਈ ਸੂਟ ਕਰਵਾਇਆ ਸੀ। ਬਾਜੀ ਦਾ ਸੂਟ ਜਿਹੜਾ ਨਾ, ਦੋਵੇਂ ਮੀਆਂ ਬੀਵੀ ਜਾ ਕੇ ਉਧਰ ਦੇ ਕੇ ਆਏ ਸੀ ਸਿਲਾਈ ਕਰਨ ਵਾਸਤੇ। ਤੇ ਉਹ 400 ਰੁਪਇਆ ਹੋਰ ਕਿਸੇ ਦਾ ਸੀ। ਤੇ ਜਿਹੜਾ ਉਹ ਉਹਨਾਂ ਨੇ ਠੀਕ ਆ, ਉਹਨਾਂ ਨੂੰ ਕਿਹਾ ਸੀ, ਸਿੱਧਾ ਕਹਿ ਦਿੰਦੇ ਵੀ ਜਾਂ ਮੈਂ ਨਹੀਂ ਲੈ ਸਕਦੀ ਜਾਂ ਤੁਸੀਂ ਖੁਦ ਲੈ ਲਓ। ਉਮਰ ਕਿੰਨੀ ਹੈਗੀ ਸੀ ਜੇ ਭਾਈ ਸਾਹਿਬ ਅੱਲਾਹ ਤਾਲਾ ਉਨਕੋ ਜੰਨਤ ਫਿਰ 2 ਸਾਲ ਮੁਕਾਮ ਅਤਾ ਫਰਮਾਏ? ਉਹਨਾਂ ਦੀ ਉਮਰ ਕਿੰਨੀ ਹੈਗੀ ਸੀ ਤੇ ਕਰਦੇ ਕੀ ਸੀ? ਉਹਨਾਂ ਦਾ ਪੇਸ਼ਾ ਕੀ ਸੀ? ਸ਼ਾਦੀशुदा ਸੀ ਜਾਂ? ਬਾਈ ਸ਼ਾਦੀशुदा ਸੀ। ਤੇ ਉਹ ਕੰਮ ਜਿਹੜਾ ਉਹ ਮੈਟਰੋ ਤੇ ਕੰਮ ਕਰਦਾ ਸੀ, ਡਰਾਈਵਰੀ ਕਰਦਾ ਸੀ। ਤੇ ਉਮਰ ਕਿੰਨੀ ਸੀ? ਉਮਰ ਉਹਦੀ 25 ਸਾਲ ਹੀ 25 ਸਾਲ ਉਹਦੀ ਉਮਰ ਹੈ। ਔਲਾਦ ਹੈ ਉਹਦੀ? ਨਹੀਂ ਬਾਈ, ਉਹਦੀ ਔਲਾਦ ਨਹੀਂ ਹੈ। ਅੱਛਾ ਮਾਂ ਜੀ, ਤੁਸੀਂ ਕਦੀ ਜ਼ੇਨ ਨਹੀਂ ਸੋਚਿਆ ਕਿ ਕਦੀ ਤੁਸੀਂ ਦਰਵਾਜ਼ੇ ਤੇ ਖੜੇ ਹੋ ਕੇ ਤੁਸੀਂ ਆਪਣੇ ਬੇਟੇ ਦਾ ਇੰਤਜ਼ਾਰ ਕੀਤਾ ਹੋਵੇ ਕਿ ਕਦੀ ਤਾਂ ਵਾਪਸ ਆਏਗਾ ਮੇਰੇ ਕੋਲ, ਮੈਨੂੰ ਵਾਪਸ? करने हैं बेटा, हर रोज करने इंतजार ही करी था कि इस टाइम आई था कि हले इरफान करनी है। ਯਾਦ ਆਂਦੀ ਬੇਟੇ ਦੀ? बहुत हम ਕਿੰਨੇ ਬੇਟੇ ਨੇ ਤੁਹਾਡੇ? 3 ने, ਕੀ ਕਰਦੇ ਨੇ? 2 ਬੇਟੇ ਕੀ ਕਰਦੇ ਨੇ? एक बच्चा फौत हो गया, एक ਜ਼ਖਮੀ है पिया, एक ਉਹਨਾਂ ਦੇ ਉੱਤੇ ਲਗਾ ਫਿਰਦਾ ਕਿ ਉਹਨਾਂ ਦੀ ਦੇਖਭਾਲ ਕਰਦਾ ਬੇਟਾ ਮੇਰਾ, ਕਿ ਅਸੀਂ ਉਹਦਾ ਦੇਖਭਾਲ ਕਰੀਏ ਜਾਂ ਆਪਣਾ ਘਰ ਚਲਾਵੀਏ, ਕੀ ਕਰ ਸਕਦੇ। ਗੁਜ਼ਾਰਾ ਕਿਸ ਤਰ੍ਹਾਂ ਹੋ ਰਿਹਾ ਹੈ? ਬੇਟਾ ਤੁਹਾਡਾ ਡਰਾਈਵਰਿੰਗ ਕਰਦਾ ਸੀ, ਅੱਛੀ ਤਨਖਾਹ ਲੈ ਰਿਹਾ ਸੀ, ਹੁਣ ਗੁਜ਼ਾਰਾ ਕਿਸ ਤਰ੍ਹਾਂ ਹੋ ਰਿਹਾ? ਬਸ ਹੁਣ ਤੁਹਾਡੇ ਸਾਹਮਣੇ ਹੀ ਸਾਰਾ ਕੁਝ। ਘਰ ਆਪਣਾ ਨਹੀਂ ਕਿਰਾਇਆ ਦਾ ਕਿੰਨਾ ਕਿਰਾਇਆ? 7000 ਰੁਪਏ ਅਸੀਂ ਕਿਰਾਇਆ ਦਿੰਦੇ। ਬਿਜਲੀ ਦਾ ਬਿੱਲ ਵਗੈਰਾ ਕਿਸ ਤਰ੍ਹਾਂ ਪੂਰਾ ਕਰਦੇ ਹੋ? ਉਹ ਵੀ ਬਸ ਬੱਚਾ ਕਰਦਾ ਸੀ ਤੇ ਪੂਰੇ ਕਰਦੇ ਸਾਂ। ਉਹ ਬੱਚਾ ਇਸ ਦੁਨੀਆ ਤੇ ਰਿਹਾ नहीं तो पूरा कितना होना। नाजरीन, आगे जाने की ज़रूरत नहीं है। पाकिस्तान का अलमारूफ शहर बुल्ले शाह की नगरी कसूर, जहाँ पर आप लोग वाक़या देखते हैं कि कसूर में ज़्यादती होगी, कसूर में कत्ल हो गया, कसूर में रेप हो गया, लेकिन लाहौर पाकिस्तान का दिल जिसको कहा जाता है, ये मामला पाकिस्तान में लाहौर में भी आने शुरू हो गए और बड़े दुख वाली बात है। और कहा जाए जो देख रहे हैं इस टाइम हुक्मरान वज़ीर आला पंजाब साहब परवेज़ इलाही साहब, उन्होंने की पैगाम देना चाहो या उन्होंने को अपील करना चाहो, किस तरह करना चाहोगे? अपील करांगे कि सानू इंसाफ मिलना चाहिए। दोबारा खोल। सानू भी इंसाफ मिलना चाहिए। ਅਸੀਂ इंसाफ वास्ते अपील करांगे, मदद वास्ते करांगे। ਪੁਲਿਸ ਸਟੇਸ਼ਨ ਤੁਸੀਂ ਕੋਈ ਕੰਪਲੇਂਟ ਦਿੱਤੀ ਹੋਵੇ, ਕੋਈ ਨੋਟਿਸ ਦਿੱਤਾ ਹੋਵੇ ਤਾਂ ਉਧਰੋਂ ਕੀ ਰਿਐਕਸ਼ਨ ਆਇਆ? पुलिस वाला कोई नहीं आया। ਕੀ ਕਹਿੰਦੇ ਨੇ? ਪੈਸੇ ਦਿਓ, ਰਿਸ਼ਵਤ ਵਗੈਰਾ ਕਿਸ ਤਰ੍ਹਾਂ ਤੁਹਾਡੇ ਕੋਲ ਰਿਸ਼ਵਤ ਮੰਗਦੇ ਨੇ? ਰਿਸ਼ਵਤ ਦੇਵੀਏ ਤੇ ਫਿਰ ਅੱਗੇ ਚੱਲਦੇ ਨੇ। ਰਿਸ਼ਵਤ ਨਹੀਂ ਦੇਣੇ ਤੇ ਅੱਜ 10 ਦਿਨ ਹੋ ਗਏ, ਉਹਨਾਂ ਦਾ ਕੋਈ ਪਤਾ ਨਹੀਂ ਕਿ ਉਹਨਾਂ ਦੇ ਪਿੱਛੇ ਕੋਈ ਨਹੀਂ ਜਾ ਰਿਹਾ ਤੇ ਮੁਲਜ਼ਮ ਲੱਭਣੇ ਕਿੱਥੋਂ ਨੇ। ਉਮੀਦ ਹੈ ਕਿ ਤੁਹਾਨੂੰ ਤੁਹਾਡੇ ਬੇਟੇ ਦਾ ਇਨਸਾਫ ਮਿਲੇ। बिल्कुल मिलेगा इंशाल्लाह। अल्लाह मियाँ इंसाफ करेगा। बंदा नहीं ना करता तो अल्लाह भी रब की ज़ात कर दी।
کو लेकर जाना। नाज़रीन, आगे जाने की ज़रूरत नहीं है, और मैं आपको एक बात बताता चाहूँ कि जनरल ज़िया-उल हक़ साहब के दौर में कत्ल करने वाला हो या रेप करने वाला हो, ज़्यादती करने वाला हो या चोरी करने वाला हो, सज़ा ये होती थी कि उसको सरेआम ऑन रोड पर लटका दिया जाता था। सरेआम उनको फांसी दी जाती थी ताकि कल को कोई और मुलजिम ऐसा मामला ना करे। लेकिन ये कत्ल ज़्यादती हमारे लिए बहुत आसान हो चुका है। ये सवालिया निशान है कि गरीब ही लोगों के साथ ऐसा क्यों होता है। गरीब की छोटी सी बेटी के साथ ज़्यादती कर दी जाती है, माँ के सामने जवान बेटे का कत्ल कर दिया जाता है, बेटे के सामने जवान बहन का कत्ल कर दिया जाता है, बहन के सामने भाई का कत्ल कर दिया जाता है। ये एक आम सी बात हो चुकी है। 400 रुपया नहीं दिया, कैमरा उतार दिए गए घर के, इसकी वजह से कत्ल कर दिया गया। तो ये बड़े दुख वाली बात है और हम इस चीज़ को बहुत ईजी समझते हैं। अदर कंट्रीज़ की बात की जाए और अदर कंट्रीज़ की बात की जाए तो वहाँ पर चोरी करने वाले मुलजिम के हाथ काट दिए जाते हैं। यहाँ पर तो चोरियाँ भी आम हो गई हैं, ज़्यादतियाँ, मासूम सी बच्चियों को कत्ल कर देना, कत्ल करने के बाद उसी जगह पर ज़िंदा दफन कर देना, ये बड़े दुख वाली बात है। आप इस तमाम वीडियोस जितनी भी हमारे हुक्मरान साहब देख रहे हैं ज़्यादती वाली, कत्लों केस वाली, हमें नहीं इस चीज़ का इंसाफ मिला तो फिर इनको कैसे मिलेगा। तमाम लोगों से रिक्वेस्ट है कि इनको इनका हक़ और इंसाफ मिलना चाहिए। और जो लोग इस वीडियोस को खुदा तरस देख रहे हैं वो इनकी हेल्प करें। इनका अकाउंट नंबर हमारी स्क्रीन पर चल रहा है। हालात इनके बहुत ज़्यादा ख़राब हैं, माँ तो बहुत ज़्यादा डिप्रेशन में है। बकाया आप जो भी करना चाहते हैं इन्वेस्टिगेशन कर सकते हैं, इनके अकाउंट नंबर पे जितनी कोशिश हो सके इनकी हेल्प करें। लेकिन इससे पहले मैं आप लोगों से ये भी बताता चाहूँ कि इनको इंसाफ मिलना चाहिए, उन लोगों को कटहरे में लाना चाहिए, उनको सरेआम फांसी दी जाए ताकि कल को और भी ऐसे वाक़यात आ रहे हैं और पाकिस्तान में इस तरह के वाक़यात नहीं रुक रहे हैं। पता नहीं नोटिस नहीं लिया जा रहा, पुलिस स्टेशन जाते हैं, जगह जगह पर जाते हैं, वहाँ पर कहते हैं जी पैसे दें, आ जाएँ कल आएँ, आ जाएँ कल आएँ। आखिरकार थक हार कर ये माँ बहन भाई बेटे घर में बैठ जाते हैं और मीडिया का इस्तेमाल करते हैं। लेकिन मीडिया का इस्तेमाल करने के बावजूद भी इनको इंसाफ नहीं मिलता तो पाकिस्तान में रहते हुए बड़े दुख और शर्म वाली बात है। उम्मीद है कि आपको आज की वीडियो अच्छी लगी होगी। मुझे इजाज़त दे और नई वीडियो में मिलते हैं। अल्लाह हाफिज़।